ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀਓ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟੋਂ। ਜਿਸ ਦੀਆਂ ਇਹ ਵਡਿਆਈਆਂ, ਕਹੈ ਨਾਨਕ ਸੁਣੋ ਸੰਤੋ। ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਕਹੈ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗ ਜੁਗ ਅਟਲ ਸਤਿਗੁਰੂ ਗੁਰਗੱਦੀ ਤੇ ਸੁਭਾਈਮਾਨ ਦਸਾਂ ਪਾਤਸ਼ਾਹੀਆਂ ਦੀ ਜੋਤ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਮੁਬਾਰਕ ਅੰਮ੍ਰਿਤਮਈ ਹਜ਼ੂਰੀ ਵਿਖੇ, ਚਰਨ ਸ਼ਰਨ ਵਿਖੇ ਰਾਤਰੀ ਦੇ ਸੱਜੇ ਹੋਏ ਦੀਵਾਨਾਂ ਦੀ ਹਾਜ਼ਰੀ ਭਰ ਰਹੀ ਗੁਰੂ ਰੂਪ ਸਾਧ ਸੰਗਤ, ਸਤਿਗੁਰੂ ਜੀ ਨੇ ਬੇਅੰਤ ਬੇਅੰਤ ਰਹਿਮਤਾਂ ਬਖਸ਼ਿਸ਼ਾਂ ਵਰਤਾਈਆਂ ਨੇ। ਆਪਣੇ ਪਾਵਨ ਦਰਬਾਰ ਦੀ ਦਾਤ ਬਖਸ਼ਿਸ਼ ਕੀਤੀ ਹੈ। ਗੁਰੂ ਘਰ ਦੇ ਸਨਮਾਨ ਸਤਿਕਾਰਯੋਗ ਕੀਰਤਨੀਆਂ ਪਾਸੋਂ ਪਾਵਨ ਬਾਣੀ ਦੇ ਸ਼ਬਦ ਕੀਰਤਨ ਆਪ ਜੀ ਨੇ ਸ਼ਰਵਣ ਕੀਤੇ ਨੇ। ਹਰ ਜਪਦੇ ਆਖਿਨ ਢਿੱਲ ਨਾ ਕੀਚਈ ਮੇਰੀ ਜਿੰਦੜੀਏ, ਮਤ ਕੀ ਜਾਪੈ ਸਾਹ ਆਵੈ ਕਿ ਨਾ ਆਵੈ ਰਾਮ। ਹੇ ਮੇਰੀ ਜਿੰਦੇ, ਮਾਲਕ ਨੂੰ ਜਪਦਿਆਂ ਤੇ ਆਉਂਦਿਆਂ ਢਿੱਲ ਨਾ ਕਰ, ਕਿਉਂਕਿ ਕੋਈ ਭਰੋਸਾ ਨਹੀਂ ਹੈ ਅਗਲੇ ਸਾਹ ਦਾ, ਆਉਣਾ ਹੈ ਨਹੀਂ ਆਉਣਾ। ਤੇ ਜਿਹੜਾ ਸਾਹ ਵਾਹਿਗੁਰੂ ਨੇ ਬਖਸ਼ਿਆ ਹੈ, ਇਸ ਸਾਹ ਨੂੰ ਸਫਲ ਬਣਾਉਣ ਦੇ ਲਈ ਮਾਲਕ ਨੂੰ ਜਪੋ, ਮਾਲਕ ਨੂੰ ਧਿਆਓ। ਸੋ ਇਹ ਪਾਵਨ ਬਚਨ ਕੀਰਤਨ ਰੂਪ ਚ ਆਪ ਜੀ ਨੇ ਸ਼ਰਵਣ ਕੀਤੇ ਉਪਰੰਤ ਆਓ ਗੁਰਬਾਣੀ ਵਿਚਾਰ ਦੀ ਲੜੀ ਦੇ ਨਾਲ ਜੁੜੀਏ। ਤੀਜੇ ਪਾਤਸ਼ਾਹ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੇ ਓਟ, ਨਿਆਸਰਿਆਂ ਦੇ ਆਸਰੇ ਸਤਿਗੁਰੂ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੈ। ਗੁਰੂ ਅਮਰਦਾਸ ਸਾਹਿਬ ਜੀ ਦੇ ਪਾਵਨ ਮੁਖਾਰ ਬਿੰਦ ਤੋਂ ਉਚਾਰਨ ਕੀਤੀ ਹੋਈ ਅੰਮ੍ਰਿਤਮਈ ਬਾਣੀ ਆਨੰਦ ਸਾਹਿਬ ਦੀ ਵਿਚਾਰ ਦੀ ਲੜੀ ਆਰੰਭੀ ਗਈ ਹੈ। ਔਰ ਗੁਰੂ ਕਿਰਪਾ ਸਦਕਾ ਪਹਿਲੀਆਂ 3 ਪੌੜੀਆਂ ਦੀ ਵਿਚਾਰ ਆਪ ਜੀ ਨੇ ਸ਼ਰਵਣ ਕੀਤੀ ਹੈ। ਸਤਿਗੁਰੂ ਨੇ ਇਸ ਬਾਣੀ ਦੀ ਆਰੰਭਤਾ ਕੀਤੀ ਹੈ ਆਨੰਦ ਤੋਂ, ਤੇ ਇਹ ਦੱਸਿਆ ਕਿ ਆਨੰਦ ਦੀ ਪ੍ਰਾਪਤੀ ਸਾਨੂੰ ਕਿਵੇਂ ਹੋਈ ਹੈ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਉਦੋਂ ਬਾਅਦ ਪੌੜੀ ਦਰ ਪੌੜੀ, ਪੜਾਅ ਦਰ ਪੜਾਅ ਸਤਿਗੁਰੂ ਸਾਨੂੰ ਅਗਵਾਈ ਬਖਸ਼ਦਿਆਂ ਹੋਇਆਂ ਤੇ ਦੱਸਦੇ ਨੇ
ਕਿ ਸਾਡਾ ਜੀਵਨ ਆਨੰਦ ਦੇ ਉਸ ਸਿਖਰ 'ਤੇ ਕਿੱਦਾਂ ਪਹੁੰਚ ਸਕਦਾ ਹੈ ਜਿਸ ਸਿਖਰ ਦੀ ਗੱਲ ਸਤਿਗੁਰੂ ਨੇ ਅਖੀਰ 'ਚ ਜਾ ਕੇ ਕੀਤੀ ਹੈ ਕਿ ਆਨੰਦ ਸੁਣੋ ਵਡਭਾਗੀਓ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਉਹ ਇੱਕ ਸਿਖਰ ਹੈ। ਇਸੇ ਕਰਕੇ ਉਹ ਵਿਚਾਰ ਸਤਿਗੁਰੂ ਨੇ ਅਖੀਰਲੀ ਪੌੜੀ 'ਚ ਬਖਸ਼ਿਸ਼ ਕੀਤੀ ਹੈ। ਹੁਣ ਉੱਥੋਂ ਤੱਕ ਅਸੀਂ ਕਿੱਦਾਂ ਪਹੁੰਚ ਸਕਦੇ ਹਾਂ? ਉਹਦੇ ਲਈ ਪਹਿਲੀਆਂ ਪੌੜੀਆਂ ਨੇ 39 ਪੌੜੀਆਂ। 40ਵੀਂ ਪੌੜੀ ਦੇ ਸਿਖਰ ਤੱਕ ਪਹੁੰਚਣ ਦੇ ਲਈ ਸਤਿਗੁਰੂ ਦੀ ਮਿਹਰ ਸਦਕਾ ਗੁਰੂ ਕੇ ਬਚਨਾਂ ਨੂੰ ਆਪਾਂ ਵਿਚਾਰ ਰਹੇ ਹਾਂ, ਸਮਝ ਰਹੇ ਹਾਂ। ਸਤਿਗੁਰੂ ਕਿਰਪਾ ਕਰੇ ਇਹ ਵਿਚਾਰ ਸਾਡੇ ਜੀਵਨ ਦਾ ਆਧਾਰ ਬਣਨ। ਪੌੜੀਆਂ ਨੂੰ ਪੜ੍ਹਦਿਆਂ ਵਿਚਾਰਦਿਆਂ ਹੋਇਆ ਅਸੀਂ ਕਮਾਉਂਦੇ ਜਾਈਏ, ਆਨੰਦ ਦੇ ਸਿਖਰ ਤੱਕ ਪਹੁੰਚੀਏ, ਉਸ ਅਵਸਥਾ ਤੱਕ ਪਹੁੰਚੀਏ। ਚੌਥੀ ਪੌੜੀ ਅੰਦਰ ਸਤਿਗੁਰੂ ਜੀ ਨੇ, ਜਿਵੇਂ ਪਿੱਛੇ ਵੀ ਆਪਾਂ ਪੜ੍ਹਿਆ ਹੈ, ਵਿਚਾਰਿਆ ਹੈ ਕਿ ਆਪਣੇ ਆਪ 'ਤੇ ਢੁਕਾ ਕੇ ਵਿਚਾਰਾਂ ਕਹੀਆਂ ਨੇ। ਬਲਕਿ ਬਾਣੀ ਦੀ ਆਰੰਭਤਾ ਹੀ ਸਤਿਗੁਰੂ ਨੇ ਇੱਥੋਂ ਕੀਤੀ ਕਿ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਜੀਵਨ ਆਨੰਦ ਦੇ ਨਾਲ ਭਰ ਗਿਆ ਹੈ ਗੁਰੂ ਨੂੰ ਪਾਉਣ ਸਦਕਾ। ਫਿਰ ਅੱਗੇ ਜਦੋਂ ਗੱਲ ਤੁਰੀ ਤੇ ਸਤਿਗੁਰੂ ਨੇ ਫਿਰ ਕਿਹਾ ਇਹ ਮਨ ਮੇਰਿਆ। ਫਿਰ ਆਪਣੇ ਤੋਂ ਗੱਲ ਢੁਕਾ ਕੇ ਕੀਤੀ। ਫਿਰ ਅੱਗੇ ਚਲਦਿਆਂ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ। ਫਿਰ ਉਸ ਸਾਹਿਬ ਦੀ ਗੱਲ ਕੀਤੀ। ਉੱਥੇ ਤੇਰਾ ਕਹਿ ਕੇ ਸੰਬੋਧਨ ਕੀਤਾ ਗਿਆ ਉਸ ਸਾਹਿਬ ਨੂੰ। ਹੁਣ ਚੌਥੀ ਪੌੜੀ 'ਚ ਫੇਰ ਸਤਿਗੁਰੂ ਕਹਿੰਦੇ ਉਹ ਜਿਹੜਾ ਸੱਚਾ ਸਾਹਿਬ ਜਿਹਦੇ ਘਰ ਸਾਰਾ ਕੁਝ ਹੈ ਨਾ, ਉਸ ਸੱਚੇ ਸਾਹਿਬ ਦਾ ਨਾਮ ਮੇਰੇ ਜੀਵਨ ਦਾ, ਸਾਡੇ ਜੀਵਨ ਦਾ ਆਧਾਰ ਹੈ, ਆਸਰਾ ਹੈ। ਸਾਚਾ ਨਾਮ ਮੇਰਾ ਆਧਾਰ। ਜੀਵਨ 'ਚ ਮਨੁੱਖ ਵੱਖ-ਵੱਖ ਤਰ੍ਹਾਂ ਦੇ ਆਸਰੇ ਤੱਕ ਕੇ ਜਿਉਂਦਾ ਹੈ। ਤੇ ਇਹ ਵੇਖੋ ਸਤਿਗੁਰੂ ਨੇ ਬਹੁਤ ਖੁੱਲ੍ਹ ਕੇ ਸਾਨੂੰ ਵਿਚਾਰ ਕਹੇ ਨੇ ਕਿ ਆਸ ਕੇਵਲ ਇੱਕ ਪਰਮੇਸ਼ਰ ਦੀ ਰੱਖੋ, ਕਿਉਂਕਿ ਹੋਰ ਵਿਡਾਣੀ ਆਸ ਦੇ ਵਿੱਚ ਦੁੱਖ ਹੈ। ਮਾਨੁਖ ਕੀ ਟੇਕ ਬਿਰਥੀ ਸਭ ਜਾਨ। ਕਬੀਰ ਸਾਹਿਬ ਕਹਿੰਦੇ ਕਬੀਰ ਆਸਾ ਕਰੀਐ ਰਾਮ ਕੀ, ਅਵਰੈ ਆਸ ਨਿਰਾਸ। ਧੰਨ ਬਾਬਾ ਫਰੀਦ ਸਾਹਿਬ ਨੇ ਇਸੇ ਕਰਕੇ ਵੇਖੋ ਕਿੰਨੇ ਪਿਆਰੇ ਬਚਨ ਕਹੇ ਕਿ ਹੇ ਮੇਰੇ ਦਾਤਾ ਜੀ, ਫਰੀਦਾ ਬਾਰ ਪਰਾਇਆ ਬੈਸਣਾ, ਸਾਈ ਮੁਝੇ ਨਾ ਦੇ। ਮਾਲਕ ਜੀ ਵੇਖੋ ਸਿੱਧੀ ਗੱਲ ਹੈ ਤੁਹਾਡੇ ਨਾਲ। ਅਸੀਂ ਤੁਹਾਡੇ ਦਰ ਦੇ ਮੰਗਤੇ ਹਾਂ, ਭਿਖਾਰੀ ਹਾਂ। ਤੁਹਾਡੇ ਦਰ ਤੇ ਖਲੋ ਕੇ ਦਿਨੇ ਮੰਗੀਏ, ਰਾਤ ਮੰਗੀਏ, ਸਵੇਰੇ ਮੰਗੀਏ, ਸ਼ਾਮ ਮੰਗੀਏ, ਕੋਈ ਪਰਵਾਹ ਨਹੀਂ ਹੈ, ਕਿਉਂਕਿ ਹੈ ਹੀ ਤੁਹਾਡੇ ਦਰ ਦੇ ਮੰਗਤੇ ਹਾਂ। ਪਰ ਇਸ ਦਰ ਤੋਂ ਭਟਕ ਕੇ ਸਾਨੂੰ ਕਿਸੇ ਦੂਜੇ ਦਰ ਤੇ ਜਾ ਕੇ ਮੰਗਣਾ ਪਵੇ, ਕਿਸੇ ਦੂਜੇ ਦੀ ਮੁਥਾਜੀ ਰੱਖ ਕੇ ਕਿਸੇ ਦੂਜੇ ਦੇ ਅੱਗੇ ਹੱਥ ਅੱਡਣੇ ਪੈਣ, ਉੱਦਾਂ ਦਾ ਜੀਵਨ ਸਾਨੂੰ ਨਹੀਂ ਚਾਹੀਦਾ ਹੈ। ਬਾਰ ਪਰਾਇਆ ਬੈਸਣਾ, ਪਰਾਏ ਬਾਰ ਤੇ ਬਾਰ ਦਾ ਮਤਲਬ ਹੈ ਦਰਵਾਜ਼ਾ। ਕਿਸੇ ਦੂਜੇ ਦੇ ਦਰਵਾਜ਼ੇ ਤੇ ਜਾ ਕੇ ਬਹਿਣਾ ਪਵੇ, ਸਾਈਂ ਮੁਝੈ ਨਾ ਦੇ। ਮਾਲਕ ਜੀ ਏਦਾਂ ਦਾ ਸਮਾਂ ਮੈਨੂੰ ਨਾ ਵਿਖਾਇਓ। ਜੇ ਤੂੰ ਐਵੇਂ ਰੱਖ ਸੀ ਜੀਓ ਸਰੀਰੋਂ ਲੈ, ਤੇ ਜੇ ਕੋਈ ਏਦਾਂ ਦਾ ਸਮਾਂ ਬਣਨਾ ਹੈ ਸਾਡੇ ਜੀਵਨ ਅੰਦਰ ਕਿ ਸਾਨੂੰ ਇਸ ਦਰ ਤੋਂ ਛੁੱਟ ਕਿਸੇ ਦੂਜੇ ਦਰ ਦੀ ਆਸ ਤੱਕਣੀ ਪੈਣੀ ਹੈ, ਫਿਰ ਤੇ ਮਾਲਕ ਜੀ ਜੀਓ ਸਰੀਰੋਂ ਲੈ। ਇਹ ਸਰੀਰ ਚੋਂ ਜਿੰਦ ਭਾਵੇਂ ਕੱਢ ਲਵੋ, ਭਾਵ ਮਰਨਾ ਤੇ ਕਬੂਲ ਹੈ, ਮੌਤ ਪ੍ਰਵਾਨ ਹੈ। ਪਰ ਸੱਚੇ ਸਾਈਂ ਜੀ ਤੁਹਾਡਾ ਦਰ ਛੱਡ ਕੇ ਕਿਸੇ ਦੂਜੇ ਦਰ ਦੀ ਆਸ ਰੱਖ ਕੇ ਜਿਉਣਾ ਪਵੇ, ਉਹ ਕਬੂਲ ਨਹੀਂ ਹੈ। ਸੋ ਕਹਿਣ ਦਾ ਭਾਵ ਕਿ ਬਿਲਕੁਲ ਖੁੱਲ੍ਹ ਕੇ ਕਿਹਾ ਗਿਆ ਕਿ ਮਾਲਕ ਜੀ ਤੁਹਾਡਾ ਹੀ ਦਰ, ਤੁਹਾਡਾ ਹੀ ਘਰ, ਤੁਹਾਡਾ ਹੀ ਨਾਮ, ਤੁਸੀਂ ਹੀ ਸਾਡੇ ਜੀਵਨ ਦੇ ਜ਼ਿੰਦਗੀ ਦੇ ਆਸਰੇ ਬਣੇ ਰਹੋ। ਧੰਨ ਗੁਰੂ ਅਮਰਦਾਸ ਸਾਹਿਬ ਕਹਿੰਦੇ ਸਾਚਾ ਨਾਮ ਮੇਰਾ ਆਧਾਰੋ। ਵਾਹਿਗੁਰੂ ਜੀ ਦਾ, ਪਰਮੇਸ਼ਰ ਜੀ ਦਾ ਜੋ ਥਿਰ ਰਹਿਣ ਵਾਲਾ ਸੱਚਾ ਨਾਮ ਹੈ, ਉਹ ਸਾਡਾ ਆਸਰਾ ਹੈ, ਸਹਾਰਾ ਹੈ।
ਉਹ ਸਾਡਾ ਭੋਜਨ ਹੈ। ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ। ਕਹਿੰਦੇ ਉਹ ਜਿਹੜਾ ਸੱਚਾ ਨਾਮ ਹੈ ਉਹ ਜਦੋਂ ਦਾ ਜੀਵਨ ਦਾ ਆਸਰਾ ਸਹਾਰਾ ਬਣਿਆ ਹੈ, ਉਦੋਂ ਦੀ ਇਸ ਜ਼ਿੰਦਗੀ ਅੰਦਰ ਜੀਵਨ ਅੰਦਰ ਤਬਦੀਲੀ ਇਹ ਆਈ ਹੈ ਕਿ ਅੰਦਰੋਂ ਹਰ ਪ੍ਰਕਾਰ ਦੀਆਂ ਜਿਹੜੀਆਂ ਭੁੱਖਾਂ ਨੇ ਉਹ ਖਤਮ ਹੋ ਗਈਆਂ ਹਨ। ਵੇਖੋ, ਇੱਕ ਭੁੱਖ ਤੇ ਸਾਡੀ ਸਭ ਦੀ ਹੈ, ਸਰੀਰ ਦੀ ਭੁੱਖ, ਭੋਜਨ ਦੀ ਭੁੱਖ। ਗੁਰੂ ਨੇ ਬਾਣੀ 'ਚ ਵੀ ਕਿਹਾ ਹੈ ਕਿ ਸਾਡੇ ਤ੍ਰੈਮਣ ਦੇਹਰੀ ਚੱਲੈ ਪਾਣੀ ਅੰਨ। ਇਹ ਤਾਂ ਜਿੰਨੀ ਦੇਰ ਤੱਕ ਸਰੀਰ ਜਿਉਂਦਾ ਹੈ ਸਰੀਰ ਦੀ ਭੁੱਖ ਤੇ ਨਾਲ ਚੱਲਦੀ ਹੈ। ਪਰ ਇੱਥੇ ਸਤਿਗੁਰੂ ਗੱਲ ਮਨ ਦੀ ਕਰ ਰਹੇ ਹਨ। ਮਨ ਦੀ ਕਈ ਪ੍ਰਕਾਰ ਦੀ ਭੁੱਖ ਹੈ ਤੇ ਮਨ ਆਪਣੀ ਉਸ ਭੁੱਖ ਦੀ ਪੂਰਤੀ ਦੇ ਲਈ ਤਨ ਦੀ ਵਰਤੋਂ ਕਰਦਾ ਹੈ। ਪਰਾਏ ਤਨ ਨੂੰ ਵੇਖਣ ਦੀ ਵਾਸ਼ਨਾ ਮਨ ਅੰਦਰ ਹੈ, ਉਹਦੇ ਲਈ ਮਨ ਵਰਤੋਂ ਕਰਦਾ ਹੈ ਤਨ ਦੀ, ਅੱਖਾਂ ਦੀ। ਦੂਜਿਆਂ ਦੀ ਨਿੰਦਿਆ ਕਰਨ ਦੀ ਭੁੱਖ ਮਨ ਦੀ ਭੁੱਖ ਹੈ। ਆਪਣੀ ਉਸਤਤ ਕਰਵਾਉਣ ਦੀ ਭੁੱਖ ਮਨ ਦੀ ਭੁੱਖ ਹੈ। ਪਰ ਉਹਦੇ ਲਈ ਮਨ ਵਰਤੋਂ ਕਰਦਾ ਹੈ ਤਨ ਦੀ, ਕਿਧਰੇ ਜ਼ੁਬਾਨ ਦੀ ਵਰਤੋਂ ਕਰ ਰਿਹਾ ਹੈ, ਕਿਧਰੇ ਕੰਨਾਂ ਦੀ ਵਰਤੋਂ ਕਰ ਰਿਹਾ ਹੈ। ਤਰ੍ਹਾਂ ਤਰ੍ਹਾਂ ਦੇ ਭੋਗ ਭੋਗਣ ਦੀ ਜਿਹੜੀ ਤ੍ਰਿਸ਼ਨਾ ਹੈ ਉਹ ਮਨ ਦੀ ਤ੍ਰਿਸ਼ਨਾ ਹੈ। ਪਰ ਉਸ ਤ੍ਰਿਸ਼ਨਾ, ਉਸ ਭੁੱਖ ਦੇ ਲਈ ਮਨ ਵਰਤੋਂ ਕਰਦਾ ਹੈ ਤਨ ਦੀ। ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਜਗ੍ਹਾ ਤੇ ਬੜੇ ਪਿਆਰੇ ਬਚਨ ਕਹੇ ਨੇ, ਕਹਿੰਦੇ ਅੱਖੀਂ ਦੇਖ ਨਾ ਰੱਜੀਆਂ ਬੋ ਰੰਗ ਤਮਾਸ਼ੇ। ਬੜਾ ਕੁਝ ਅੱਖਾਂ ਵੇਖਦੀਆਂ ਹਨ, ਰੱਜਦੀਆਂ ਨਹੀਂ ਨੇ ਦੁਨੀਆ ਭਰ ਦੇ ਰੰਗ ਤਮਾਸ਼ੇ ਵੇਖ ਕੇ। ਕਾਰਨ ਕੀ ਹੈ? ਕਿਉਂਕਿ ਅੰਦਰ ਉਹ ਅੱਤ ਦਾ ਭੁੱਖਾ ਪਿਆਸਾ ਤ੍ਰਿਸ਼ਨਾਲੂ ਮਨ ਬੈਠਾ ਹੈ ਜਿਹੜਾ ਰੱਜਣ ਨਹੀਂ ਦਿੰਦਾ ਹੈ। ਉਸਤਤ ਨਿੰਦਾ ਕੰਨ ਸੁਣ ਰੋਵਣ ਤੇ ਹਾਸੇ, ਸਾਦੀ ਜੀਭ ਨਾ ਰੱਜੀਆ ਕਰ ਭੋਗ ਬਿਲਾਸੇ, ਨੱਕ ਨਾ ਰੱਜਾ ਵਾਸ ਲੈ ਦੁਰਗੰਧ ਸੁਬਾਸੇ। ਫਿਰ ਭਾਈ ਸਾਹਿਬ ਕਹਿੰਦੇ ਰੱਜ ਨਾ ਕੋਈ ਜੀਵਿਆ ਕੂੜੇ ਪ੍ਰਵਾਸੇ, ਪੀਰ ਮੁਰੀਦਾਂ ਪਿਰਹੜੀ ਸੱਚੀ ਰਹਿ ਰਾਸੇ। ਇਸੇ ਤਰ੍ਹਾਂ ਭਾਈ ਸਾਹਿਬ ਕਹਿੰਦੇ ਰੱਜ ਨਾ ਕੋਈ ਜੀਵਿਆ ਕੂੜੇ ਪ੍ਰਵਾਸੇ। ਜ਼ਿੰਦਗੀ ਗੁਜ਼ਰ ਜਾਂਦੀ ਹੈ ਪਰ ਬੰਦੇ ਦੀ ਜਿਉਣ ਦੀ ਜਿਹੜੀ ਤ੍ਰਿਸ਼ਨਾ ਹੈ ਉਹ ਮੁੱਕਦੀ ਨਹੀਂ ਹੈ। ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਸ਼ਲੋਕ ਵਾਰਾਂ ਤੇ ਵਧੀਕ ਅੰਦਰ ਇਹ ਬਚਨ ਕਰਦੇ, ਕਹਿੰਦੇ ਰੱਜ ਨਾ ਕੋਈ ਜੀਵਿਆ ਪਹੁੰਚ ਨਾ ਚੱਲਿਆ ਕੋਏ, ਗਿਆਨੀ ਜੀਵੈ ਸਦਾ ਸਦਾ ਸੁਰਤੀ ਹੀ ਪਤ ਹੋਏ। ਗੁਰਮੁਖ ਦਾ ਜੀਵਨ ਸਦ ਜੀਵਨ ਹੈ, ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ। ਤੇ ਮਨਮੁਖ ਚਾਹੁੰਦਾ ਹੈ ਮੈਂ ਜਿਉਂਦਾ ਰਵਾਂ, ਉਹਦੇ ਲਈ ਤਰ੍ਹਾਂ ਤਰ੍ਹਾਂ ਦੇ ਉਹ ਤਰੀਕੇ ਵਰਤਦਾ ਹੈ। ਜੀਵਨ ਦੀ ਤ੍ਰਿਸ਼ਨਾ ਖਤਮ ਨਹੀਂ ਹੁੰਦੀ ਹੈ, ਬੜੀ ਲੰਬੀ ਆਰਬਲਾ ਭੋਗਣ ਤੋਂ ਬਾਅਦ ਵੀ ਉਹ ਜਿਉਣ ਦੀ ਤ੍ਰਿਸ਼ਨਾ ਭੁੱਖ ਅੰਦਰ ਬਣੀ ਰਹਿੰਦੀ। ਇੱਕ ਜਗ੍ਹਾ ਹੋਰ ਮਹਾਰਾਜ ਜੀ ਨੇ ਇੰਦਰੀਆਂ ਦੀ ਗੱਲ ਕਰਦਿਆਂ ਬਚਨ ਕਹੇ ਨੇ। ਮਹਾਰਾਜ ਕਹਿੰਦੇ ਆਖਣ ਆਖ ਨਾ ਰੱਜੀਆ, ਸੁਣਨ ਨਾ ਰੱਜੇ ਕੰਨ, ਬੋਲ ਬੋਲ ਕੇ ਜ਼ੁਬਾਨ ਨਹੀਂ ਰੱਜਦੀ ਹੈ, ਸੁਣ ਸੁਣ ਕੇ ਕੰਨ ਨਹੀਂ ਰੱਜਦੇ ਹਨ। ਅੱਖੀਂ ਦੇਖ ਨਾ ਰੱਜੀਆ, ਗੁਣ ਗਾਹਕ ਇੱਕ ਵੰਨ, ਵੇਖ ਵੇਖ ਕੇ ਅੱਖਾਂ ਨਹੀਂ ਰੱਜਦੀਆਂ, ਸੁਣ ਸੁਣ ਕੇ ਕੰਨ ਨਹੀਂ ਰੱਜਦੇ, ਬੋਲ ਬੋਲ ਕੇ ਪਦਾਰਥਾਂ ਦੇ ਚਸਕੇ ਲੈ ਲੈ ਕੇ ਇਹ ਜ਼ੁਬਾਨ ਨਹੀਂ ਰੱਜਦੀ। ਮਹਾਰਾਜ ਕਹਿੰਦੇ ਭੁੱਖਿਆਂ ਭੁੱਖ ਨਾ ਉਤਰੈ, ਗੱਲੀ ਭੁੱਖ ਨਾ ਜਾਏ। ਇਹ ਜਿਹੜੀ ਅੰਦਰ ਦੀ ਭੁੱਖ ਹੈ, ਮਨ ਤੇ ਟਿਕੀ ਹੋਈ ਭੁੱਖ। ਇੱਕ ਭੁੱਖ ਹੈ ਸਾਡੀ ਤਨ ਦੀ ਭੁੱਖ। 4 ਪ੍ਰਸ਼ਾਦੇ ਖਾਦੇ ਤਨ ਤ੍ਰਿਪਤ ਹੋ ਗਿਆ, ਕੋਈ 4 ਘੰਟੇ ਬੰਦਾ ਬਹਿ ਸਕਦਾ ਹੈ। ਪਰ ਇਹ ਜਿਹੜੀ ਮਨ ਦੀ ਤ੍ਰਿਸ਼ਨਾ ਹੈ, ਅੱਖਾਂ ਦੀਆਂ ਵਾਸ਼ਨਾਵਾਂ, ਵਿਕਾਰਾਂ ਦੀ ਜਿਹੜੀ ਭਾਵਨਾ ਹੈ ਮਨ ਅੰਦਰ, ਇਹ ਮੁੱਕਦੀ ਨਹੀਂ ਹੈ। ਭੁੱਖਿਆਂ ਭੁੱਖ ਨਾ ਉਤਰੈ, ਗੱਲੀ ਭੁੱਖ ਨਾ ਜਾਏ, ਨਾਨਕ ਭੁੱਖਾ ਤਾਂ ਰੱਜੈ, ਜੇ ਗੁਣ ਕਹਿ ਗੁਣੀ ਸਮਾਏ। ਮਹਾਰਾਜ ਕਹਿੰਦੇ ਇਹ ਭੁੱਖਾ ਮਨ ਤਾਂ ਰੱਜ ਸਕਦਾ ਹੈ ਜੇ ਪਰਮੇਸ਼ਰ ਵਾਹਿਗੁਰੂ ਦੇ ਗੁਣ ਕਹਿੰਦਿਆਂ ਗੁਣਾਂ ਦੇ ਖਜ਼ਾਨੇ ਪਰਮੇਸ਼ਰ 'ਚ ਹੀ ਸਮਾ ਜਾਵੇ। ਫਿਰ ਕੋਈ ਭੁੱਖ ਨਹੀਂ ਹੈ, ਫਿਰ ਕਿਸੇ ਤਰ੍ਹਾਂ ਦੀ ਕੋਈ ਤ੍ਰਿਸ਼ਨਾ ਨਹੀਂ ਰਹਿੰਦੀ। ਨਹੀਂ ਤੇ ਜਪਜੀ ਸਾਹਿਬ ਦੇ ਆਰੰਭ 'ਚ ਵੀ ਇਹ ਗੱਲ ਮਹਾਰਾਜ ਨੇ ਸਾਡੀ ਝੋਲੀ ਪਾਈ ਹੈ ਕਿ ਭੁੱਖਿਆਂ ਭੁੱਖ ਨਾ ਉਤਰੈ, ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਾਰ। ਜਿੰਨਾ ਮਰਜੀ ਬਾਹਰੋਂ ਬੰਦਾ ਪਦਾਰਥਾਂ ਦੀਆਂ ਪੰਡਾਂ ਵੀ ਬੰਨ ਲਵੇ, ਘਰ ਭਰ ਜਾਂਦਾ ਹੈ, ਮਨ ਨਹੀਂ ਭਰਦਾ ਹੈ।
ਜਿਨ੍ਹਾਂ ਲੋਕਾਂ ਨੇ ਕਿੰਨੇ ਸਾਡੇ ਸਾਰੇ ਸਮਾਜ ਨੂੰ ਹੀ ਵਿਪਤਾ ਪਾਈ ਹੈ, ਕਿਵੇਂ ਜ਼ਿਮੀਂਦਾਰ ਭਰਾ ਸਾਡੇ ਬੈਠੇ ਨੇ, ਉਹ ਲੋਕ ਉਹਨਾਂ ਦੇ ਘਰ ਭਰੇ, ਉਹਨਾਂ ਨੂੰ ਆਪ ਹੀ ਨਹੀਂ ਪਤਾ ਕਿੰਨੇ ਧਨ ਦੌਲਤ ਮਾਇਆ ਦੇ ਮਾਲਕ ਹਨ, ਪਰ ਭੁੱਖ ਨਹੀਂ ਮੁੱਕੀ ਹੈ। ਜਿਹੜਾ ਕੋਈ 4 ਗਰਾਈਆਂ ਗਰੀਬ ਆਪਣੇ ਮੂੰਹ 'ਚ ਪਾ ਕੇ ਖਾਂਦਾ ਹੈ, ਉਹ ਵੀ ਖੋਣਾ ਚਾਹੁੰਦੇ ਹਨ। ਮਹਾਰਾਜ ਇਹੀ ਗੱਲ ਕਹਿ ਰਹੇ ਨੇ ਕਿ ਭੁੱਖਿਆ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਾਰ। ਧੰਨ ਗੁਰੂ ਅਮਰਦਾਸ ਸਾਹਿਬ ਕਹਿੰਦੇ ਇਹ ਅੰਦਰ ਦੀ ਭੁੱਖ ਵੀ ਮੁੱਕ ਸਕਦੀ ਹੈ, ਪਰ ਉਹਦੇ ਲਈ ਜੁੜਨਾ ਪਵੇਗਾ ਉਹਦੇ ਨਾਲ ਜੋ ਅੰਦਰ ਦੀ ਭੁੱਖ ਮੁਕਾਉਣ ਵਾਲਾ, ਮਿਟਾਉਣ ਵਾਲਾ ਹੈ। ਸਾਚਾ ਨਾਮ ਮੇਰਾ ਆਧਾਰੋ, ਸਾਚਾ ਨਾਮ ਪਰਮੇਸ਼ਰ ਦਾ, ਨਿਰੰਕਾਰ ਦਾ ਜਿਹੜਾ ਨਾਮ ਹੈ, ਉਹ ਸਾਡੀ ਜ਼ਿੰਦਗੀ ਦਾ ਆਸਰਾ ਹੈ। ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਇੱਕ ਜਗ੍ਹਾ ਆਪਾਂ ਸੋਦਰ ਅੰਦਰ ਵੀ ਬਚਨ ਪੜ੍ਹਦੇ ਹਾਂ, ਜਿੱਥੇ ਗੁਰੂ ਕਹਿੰਦੇ ਜਦੋਂ ਤੇਰੇ ਹਿਰਦੇ 'ਚ ਪਰਮੇਸ਼ਰ ਦੇ ਨਾਮ ਦੀ ਭੁੱਖ ਪੈਦਾ ਹੋ ਗਈ ਨਾ, ਤੇ ਸੰਸਾਰ ਦੀ ਭੁੱਖ ਵੀ ਖਤਮ ਹੋ ਜਾਏਗੀ, ਸੰਸਾਰ ਦੇ ਦੁੱਖ ਵੀ ਖਤਮ ਹੋ ਜਾਣਗੇ। ਉਤ ਭੁੱਖ ਹੈ ਖਾਏ ਚਲੀਆ ਦੁੱਖ। ਉਹ ਭੁੱਖ ਜਿਹੜੀ ਹੈ ਸੰਸਾਰ ਦੇ ਦੁੱਖ ਪੈਦਾ ਮੁਕਾ ਦਿੰਦੀ ਹੈ, ਪਰ ਜਿੰਨੀ ਦੇਰ ਤੱਕ ਵਾਹਿਗੁਰੂ ਦੇ ਨਾਮ ਦੀ, ਉਹਦੀ ਵਡਿਆਈ ਦੀ, ਸਿਮਰਨ ਦੀ ਅੰਦਰ ਤਾਂਘ ਨਹੀਂ ਹੈ, ਉਨੀ ਦੇਰ ਤੱਕ ਬੰਦਰ ਪਦਾਰਥਾਂ ਦੀ ਭੁੱਖ ਦੇ ਵਿੱਚ ਜਿਉਂਦਾ ਹੈ। ਜਦੋਂ ਮਾਲਕ ਜੀ ਦਾ ਨਾਮ ਜ਼ਿੰਦਗੀ ਦਾ ਆਧਾਰ ਬਣਦਾ ਹੈ, ਸਭ ਤੋਂ ਪਹਿਲੇ ਨੰਬਰ ਤੇ ਜੀਵਨ ਚੋਂ ਇਹ ਭੁੱਖ ਮਨ ਚੋਂ ਮੁੱਕਦੀ ਹੈ। ਉਦੋਂ ਬਾਅਦ ਫਿਰ ਮਹਾਰਾਜ ਕਹਿੰਦੇ ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਉਹ ਵਾਹਿਗੁਰੂ ਜੀ ਦਾ ਨਾਮ ਮਨ 'ਚ ਆ ਕੇ ਵਸ ਜਾਂਦਾ ਹੈ। ਜਿਹੜਾ ਨਾਮ ਇੱਕ ਤੇ ਅੰਦਰ ਨੂੰ ਸ਼ਾਂਤੀ ਬਖਸ਼ਣ ਵਾਲਾ ਹੈ, ਸੁਖ ਬਖਸ਼ਣ ਵਾਲਾ ਹੈ, ਤੇ ਜਿਹੜਾ ਨਾਮ ਇੱਛਾ ਪੂਰੀਆਂ ਕਰਨ ਵਾਲਾ ਹੈ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾਂ ਕੈ ਵਸ ਹੈ ਕਾਮ ਤੇ ਨਾ, ਸੋ ਐਸਾ ਹਰ ਧਿਆਈਐ ਮੇਰੇ ਜੀੜੇ, ਤਾਂ ਸਰਬ ਸੁਖ ਪਾਵੈ ਮੇਰੇ ਮਨਾ। ਜਪ ਮਨ ਸਤ ਨਾਮ ਸਦਾ ਸਤ ਨਾਮ, ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਐ ਹਰ ਪੁਰਖ ਨਿਰੰਜਨ। ਉਹ ਸਾਰੀਆਂ ਇੱਛਾਵਾਂ ਪੂਰੀਆਂ ਕਰਨ ਵਾਲਾ ਹੈ ਪਰਮਾਤਮਾ ਦਾ, ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਦਾ ਨਾਮ। ਧੰਨ ਗੁਰੂ ਅਮਰਦਾਸ ਸਾਹਿਬ ਕਹਿੰਦੇ ਜਦੋਂ ਉਹ ਨਾਮ ਜੀਵਨ ਦਾ ਆਧਾਰ ਬਣਦਾ ਹੈ, ਜੀਵਨ ਅੰਦਰ ਸ਼ਾਂਤੀ ਆਉਂਦੀ ਹੈ, ਸਹਿਜ ਆਉਂਦਾ ਹੈ, ਸੁੱਖ ਵਰਤਦਾ ਹੈ, ਅੰਦਰ ਦੀ ਭੁੱਖ ਖਤਮ ਹੁੰਦੀ ਹੈ, ਔਰ ਅੰਦਰ ਦੀਆਂ ਜਿਹੜੀਆਂ ਇੱਛਾਵਾਂ ਨੇ ਉਹਨਾਂ ਦੀ ਪੂਰਤੀ ਹੋ ਜਾਂਦੀ ਹੈ। ਸਦਾ ਕੁਰਬਾਨ ਕੀਤਾ ਗੁਰੂ ਵਿਟੋਂ, ਜਿਸ ਦੀਆਂ ਇਹ ਵਡਿਆਈਆਂ। ਧੰਨ ਗੁਰੂ ਅਮਰਦਾਸ ਸਾਹਿਬ ਕਹਿੰਦੇ ਗੁਰੂ ਤੋਂ ਅਸੀਂ ਕੁਰਬਾਨ ਬਲਿਹਾਰ ਜਾਂਦੇ ਹਾਂ, ਕਿਉਂਕਿ ਜੇ ਅੱਜ ਸਾਡੀ ਨਾਮ ਰਾਹੀਂ ਆਨੰਦ ਤੱਕ ਸੁਰਤ ਪਹੁੰਚੀ ਹੈ ਤੇ ਉਹ ਗੁਰੂ ਦੀ ਰਹਿਮਤ ਹੈ, ਗੁਰੂ ਦੀ ਕਿਰਪਾ ਹੈ। ਨਹੀਂ ਤੇ ਜਿੰਨੀ ਦੇਰ ਤੱਕ ਗੁਰੂ ਤੋਂ ਬਿਨਾਂ ਸੀ, ਉਨੀ ਦੇਰ ਤੱਕ ਦੇ ਦਿਨੇ ਵੀ ਭਟਕਣਾ ਸੀ, ਰਾਤ ਵੀ ਭਟਕਣਾ ਸੀ। ਨਾ ਮਨ ਦਾ ਟਿਕਾ ਤੇ ਚੈਨ ਸੀ, ਨਾ ਤਨ ਦਾ ਟਿਕਾ ਤੇ ਚੈਨ ਸੀ। ਗੁਰੂ ਤੋਂ ਬਿਨਾਂ ਤਨ ਵੀ ਭਟਕ ਰਿਹਾ ਸੀ, ਗੁਰੂ ਤੋਂ ਬਿਨਾਂ ਮਨ ਵੀ ਭਟਕ ਰਿਹਾ ਸੀ। ਕਹਿੰਦੇ ਗੁਰੂ ਨੇ ਕਿਰਪਾ ਕੀਤੀ ਹੈ, ਅੰਦਰ ਹੁਣ ਠੰਡ ਵਰਤਾ ਦਿੱਤੀ ਹੈ, ਅੰਦਰ ਨੂੰ ਟਿਕਾ ਦਿੱਤਾ, ਸ਼ਾਂਤੀ ਵਰਤਾ ਦਿੱਤੀ ਹੈ। ਤੇ ਜਿਹੜੇ ਗੁਰੂ ਦੀਆਂ ਇੰਨੀਆਂ ਬਖਸ਼ਿਸ਼ਾਂ, ਇੰਨੀਆਂ ਰਹਿਮਤਾਂ ਨੇ, ਉਸ ਗੁਰੂ ਤੋਂ ਅਸੀਂ ਬਲਿਹਾਰ ਕੁਰਬਾਨ ਜਾਂਦੇ ਹਾਂ। ਨਾਰਾਇਣ ਨਰਪਤ ਨਮਸਕਾਰੈ, ਐਸੇ ਗੁਰ ਕੋ ਬਲ ਬਲ ਜਾਈਐ, ਆਪ ਮੁਕਤ ਮੋਹਿ ਤਾਰੇ। ਗੁਰੂ ਤੇ ਜਹਾਜ਼ ਹੈ ਵਿਛੜਿਆ ਮੇਲੇ ਪ੍ਰਭੂ, ਹਰ ਦਰਗਾ ਕਾ ਬਸ਼ੀਠ। ਰੱਬ ਦੇ ਘਰ ਦਾ ਵਿਚੋਲਾ ਹੈ ਗੁਰੂ, ਜੋ ਸਾਨੂੰ ਟੁੱਟਿਆ ਹੋਇਆਂ ਨੂੰ ਮਾਲਕ ਦੇ ਨਾਲ ਮਿਲਾਉਂਦਾ ਹੈ। ਸਦਾ ਕੁਰਬਾਨ ਕੀਤਾ ਗੁਰੂ ਵਿਟੋਂ, ਜਿਸ ਦੀਆਂ ਇਹ ਵਡਿਆਈਆਂ। ਕਹੈ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ। ਫਿਰ ਅਖੀਰ 'ਚ ਧੰਨ ਗੁਰੂ ਅਮਰਦਾਸ ਸਾਹਿਬ ਕਹਿੰਦੇ ਗੁਰਮੁਖ ਪਿਆਰਿਓ, ਸਤ ਸੰਗੀ ਜਨੋ, ਬੜੇ ਧਿਆਨ ਦੇ ਨਾਲ ਸੁਣੋ। ਜੇ ਜੀਵਨ 'ਚੋਂ ਭੁੱਖ ਖਤਮ ਕਰਨੀ ਹੈ, ਦੁੱਖ ਖਤਮ ਕਰਨੇ ਹਨ, ਤੇ ਸ਼ਬਦ ਧਰੋ ਪਿਆਰੋ।
ਪਰਮਾਤਮਾ ਦੀ ਇਬਾਦਤ, ਗੁਰੂ ਦੇ ਸ਼ਬਦ, ਅਕਾਲ ਪੁਰਖ ਦੇ ਨਾਮ ਦੇ ਨਾਲ ਪਿਆਰ ਬਣਾਵੋ। ਸਾਚਾ ਨਾਮ ਮੇਰਾ ਆਧਾਰੋ। ਜੇ ਸਾਨੂੰ ਪੁੱਛਣਾ ਚਾਹੁੰਦੇ ਹੋ ਜੀ ਆਨੰਦ ਤੱਕ ਕਿੱਦਾਂ ਪਹੁੰਚੇ ਹੋ, ਤੇ ਸਾਡੇ ਕੋਲ ਤੇ ਇਹੀ ਕਹਿਣ ਦੇ ਲਈ ਹੈ ਕਿ ਸੱਚਾ ਨਾਮ ਜ਼ਿੰਦਗੀ ਦਾ ਆਧਾਰ ਬਣਿਆ ਹੈ। ਗੁਰੂ ਰਾਹੀਂ ਨਾਮ ਤੱਕ ਪਹੁੰਚੇ ਤੇ ਜੀਵਨ ਆਨੰਦ ਤੱਕ ਪਹੁੰਚਿਆ। ਜੇ ਤੁਸੀਂ ਵੀ ਉਸ ਸਿਖਰ ਤੱਕ ਪਹੁੰਚਣਾ ਹੈ, ਫਿਰ ਸ਼ਬਦ ਧਰੋ ਪਿਆਰੋ। ਪ੍ਰਥਮ ਗੁਰੂ ਦੇ ਸ਼ਬਦ ਦੇ ਵਿੱਚ ਪ੍ਰੀਤ ਬਣਾਵੋ। ਪੂਰਾ ਥਾਟ ਬਣਾਇਆ ਪੂਰਾ, ਵੇਖੋ ਏਕ ਸਮਾਨਾ। ਇਸ ਪਰਪੰਚ ਮੈਂ ਸਾਚੇ ਨਾਮ ਕੀ ਵਡਿਆਈ, ਮਤ ਕੋ ਧਰੋ ਗੁਮਾਨਾ। ਸਤਿਗੁਰ ਕੀ ਜਿਸ ਨੂੰ ਮਤ ਆਵੈ, ਸੋ ਸਤਿਗੁਰ ਮਾਹੀ ਸਮਾਨਾ। ਇਹ ਬਾਣੀ ਜੋ ਜੀਉ ਜਾਣੈ, ਤਿਸ ਅੰਤਰ ਰਵੈ ਹਰਨਾਮਾ। ਗੁਰਬਾਣੀ ਦੇ ਰਾਹੀਂ ਹੀ ਵਾਹਿਗੁਰੂ ਦੇ ਨਾਮ ਦੇ ਨਾਲ ਜੁੜਿਆ ਜਾ ਸਕਦਾ ਹੈ। ਇਸ ਬਾਣੀ ਤੇ ਨਾਮ ਪਾਈਂਦਾ। ਇਸੇ ਕਰਕੇ ਗੁਰੂ ਅਮਰਦਾਸ ਸਾਹਿਬ ਕਹਿੰਦੇ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਗੁਰੂ ਕਿਰਪਾ ਕਰੇ ਸਤਿਗੁਰੂ ਜੀਆਂ ਦੇ ਪਾਵਨ ਪਵਿੱਤਰ ਬਚਨ ਸਾਡੇ ਹਿਰਦਿਆਂ 'ਚ ਵਸਣ। ਗੁਰੂ ਕਾ ਉਪਦੇਸ਼ ਸਾਡੀ ਜ਼ਿੰਦਗੀ ਦਾ ਆਧਾਰ ਬਣੇ। ਜੀਵਨ ਸਫਲ ਹੋਵੇ। ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ।